खास तौर पर ਅਸੀਂ ਜ਼ਿਕਰ ਕਰ ਰਹੇ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ, ਜਿਨ੍ਹਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ। ਗੱਲ ਕੀਤੀ ਜਾਵੇ ਚੁੰਦਾ ਕਮੇਟੀ ਦੀ ਰਿਪੋਰਟ ਦੀ ਤਾਂ ਰਿਪੋਰਟ ਰੱਖਣ ਨੂੰ ਲੈ ਕੇ, ਯਾਨੀ ਕਿ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸਿੱਧਾ ਰਿਪੋਰਟ ਕਿਉਂ ਰੱਖੀ ਗਈ ਹੈ, ਸਮੀਖਿਆ ਕਮੇਟੀ ਦੇ ਵਿੱਚ ਰੱਖੀ ਜਾਣੀ ਸੀ। ਔਰ ਪ੍ਰਧਾਨ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਾਂਝੇ ਤੌਰ ਤੇ ਹੀ ਫੈਸਲਾ ਜਿਹੜਾ ਹੈ ਉਹ ਲਿਆ ਜਾ ਸਕਦਾ, ਲਿਆ ਜਾਂਦਾ ਹੈ। ਸੋ ਉਸ ਨੂੰ ਲੈ ਕੇ ਨਾਰਾਜ਼ਗੀ ਕਿਤੇ ਨਾ ਕਿਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਨਜ਼ਰ ਆ ਰਹੀ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਹੈ, ਇੱਥੋਂ ਅੰਦਾਜ਼ਾ ਲੱਗਦਾ ਹੈ। कुछ दिन पहला मनप्रीत याली विधायक ने विरोधी धਿਰ ਦੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ, ਤਾਂ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਸੀ। ਜਦੋਂ ਰਾਸ਼ਟਰਪਤੀ ਚੋਣਾਂ ਹੋਈਆਂ ਸਨ ਉਹਨਾਂ ਨੇ ਬਾਈਕਾਟ ਵੀ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀ ਕਿ ਲੀਡਰਸ਼ਿਪ ਨੂੰ ਲੈ ਕੇ ਕਿਤੇ ਨਾ ਕਿਤੇ ਕੋਖ ਹੋਣੀ ਚਾਹੀਦੀ ਹੈ। ਤਾਂ ਹੁਣ ਉਹਨਾਂ ਤੋਂ ਬਾਅਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨਿਊਜ਼ 18 ਤੇ ਜੁੜ ਗਏ ਨੇ। ਚੰਦੂਮਾਜਰਾ ਸਾਹਿਬ, ਕੱਲ ਜਿਹੜੀ ਕਮੇਟੀ ਨੂੰ ਲੈ ਕੇ ਕੋਰ ਕਮੇਟੀ ਦੇ ਵਿੱਚ ਚਰਚਾ ਹੋਈ ਹੈ ਉਹਨਾਂ ਸਿਫਾਰਸ਼ਾਂ ਨੂੰ ਲੈ ਕੇ, ਇੱਕ ਤਾਂ ਤੁਸੀਂ ਗੈਰ ਹਾਜ਼ਰ ਸੀਗੇ, ਦੂਸਰਾ ਜਾਣਕਾਰੀ ਮਿਲ ਰਹੀ ਹੈ ਕਿ ਤੁਸੀਂ ਨਾਰਾਜ਼ ਹੋ ਕਿ ਇਸ ਰਿਪੋਰਟ ਨੂੰ ਪਹਿਲਾਂ ਸਮੀਖਿਆ ਕਮੇਟੀ ਦੇ ਵਿੱਚ ਵਿਚਾਰਨਾ ਚਾਹੀਦਾ ਸੀ। ਜਿੱਥੇ ਤੱਕ ਦਾ ਕੱਲ ਕੋਰ ਕਮੇਟੀ ਵਿੱਚ ਗੈਰ ਹਾਜ਼ਰ ਰਹਿਣ ਦਾ ਸਵਾਲ ਆ, ਮੈਂ ਮੇਰੇ ਬਹੁਤ ਨਜ਼ਦੀਕੀ ਪਰਿਵਾਰ ਸੀ ਜਿਨ੍ਹਾਂ ਦੇ ਜਵਾਈ ਦੀ ਡੈਥ ਹੋ ਗਈ ਸੀ। ਮੈਨੂੰ ਉੱਥੇ ਭੋਗ ਤੇ ਜਾਣਾ ਬੇਹੱਦ ਲਾਜ਼ਮੀ ਸੀ। ਠੀਕ ਹੈ। ਮੇਰੇ ਬੇਟੇ ਦੇ ਹਲਕੇ ਦੇ ਵੀ ਸੀ, ਸਾਡੇ ਬਹੁਤ ਨੇੜੇ ਸੀ। ਠੀਕ ਹੈ। ਇੱਕ ਸਾਡਾ ਜਾਇਦਾਰ ਸੀ ਬਹੁਤ ਨਜ਼ਦੀਕੀ ਸਾਡਾ, ਉਹਦੀ ਵਾਈਫ ਦੀ ਡੈਥ ਹੋ ਗਈ ਸੀ, ਉਹਦਾ ਵੀ ਭੋਗ ਸੀ। ਠੀਕ ਹੈ। ਇੱਕ ਸਾਡਾ ਹੋਰ ਬੜਾ ਪੁਰਾਣਾ ਹੁੰਦਾ ਸੀ, ਪਾਸਟਰ ਕਹਿ ਲਓ, ਲੀਡਰ ਕਹਿ ਲਓ, ਉਹਦੇ ਭਰਾ ਦੀ ਡੈਥ ਹੋ ਗਈ ਸੀ। ਤਿੰਨ ਭੋਗ ਜਿਹੜੇ ਵੀ ਛੱਡ ਨਹੀਂ ਸਕਦਾ, ਉਦੋਂ ਵੀ ਉਸੇ ਟਾਈਮ ਸੀ। ਮੈਂ ਤਾਂ ਨਹੀਂ ਆਇਆ। ਵੈਸੇ ਜਿੱਥੇ ਤੱਕ ਇਹ ਰਿਪੋਰਟ ਦੀ ਗੱਲ, ਨਾਰਾਜ਼ਗੀ ਦੀ ਗੱਲ, ਮੈਂ ਨਾਰਾਜ਼ਗੀ ਦਾ ਮਤਲਬ ਇਹ ਸੀ, ਮੇਰੀ ਰਾਏ ਸੀ ਵੀ ਇਹ ਜਿਹੜੀ ਸਮੀਖਿਆ ਕਮੇਟੀ ਵਿੱਚ ਪਹਿਲਾਂ ਜਿਹੜੀ ਚੋਣਾਂ ਕਮੇਟੀ ਦੀ ਰਿਪੋਰਟ ਆ, ਉਹ ਸਮੀਖਿਆ ਕਮੇਟੀ ਦੇ ਵਿੱਚ ਉਹਦੀ ਮੰਨ ਰੱਖਣੀ ਚਾਹੀਦੀ ਹੈ ਕਾਨੂੰਨ ਅਸੂਲ ਮੁਤਾਬਕ, ਓਕੇ, ਤੇ ਸਿਸਟਮ ਮੁਤਾਬਕ। ਤੇ ਉਹਦੇ ਚ ਡਿਸਕਸ ਹੋ ਕੇ ਫਿਰ ਜਿਹੜੀ ਉਹ ਕਮੇਟੀ ਆ ਸਾਹਿਬ ਦੀ ਬਣਾਈ, ਉਹ ਕਮੇਟੀ ਜਿਹੜੀ ਆ ਉਹ ਕੋਰ ਕਮੇਟੀ ਵਿੱਚ ਆਪਣੀਆਂ ਸਿਫਾਰਸ਼ਾਂ ਕਰਕੇ ਭੇਜੀ। ਆਖਰੀ ਕਾਇਦਾ ਕਾਨੂੰਨ ਸਿਸਟਮ ਤਾਂ ਇਹ ਆ, ਉਹਦੇ ਨਾਲ ਕਿੱਦਾਂ ਡਿਟੇਲ ਚ ਡਿਸਕਸ ਹੋ ਜਾਣੀ ਸੀ। ਕੀ ਰਿਪੋਰਟ ਆਈ ਆ ਉਹਦੇ ਤੇ ਉਹੀ ਜਿਵੇਂ ਤਾਂ ਲੱਗਦਾ ਕਿ ਡਾਇਰੈਕਟ ਏਦਾਂ ਕੋਰ ਕਮੇਟੀ ਚ ਨਹੀਂ ਰੱਖਣੀ ਚਾਹੀਦੀ ਸੀ ਰਿਪੋਰਟ। ਹਾਂ, ਕੋਰ ਕਮੇਟੀ ਸਿੱਧੀ ਕਾਨੂੰਨ ਮੁਤਾਬਕ ਸਿਸਟਮ ਮੁਤਾਬਕ ਜਾ ਹੀ ਨਹੀਂ ਸਕਦੀ ਜੇ ਆਪਾਂ ਅਸੂਲੀ ਤੌਰ ਤੇ ਦੇਖੀਏ। ਦੂਸਰਾ, ਜਿਸ ਕਮੇਟੀ ਨੇ ਰਿਪੋਰਟ ਕਮੇਟੀ ਬਣਾਈ ਆ, ਉਹ ਕਮੇਟੀ ਦੇ ਵਿੱਚ ਹੀ ਰੱਖੀ ਜਾਊਗੀ ਰਿਪੋਰਟ। ਦੂਸਰਾ, ਜਿਹੜੇ ਪ੍ਰਧਾਨ ਨੂੰ ਸਾਰੇ ਇਖਤਿਆਰ ਦੇ ਦਿੱਤੇ ਨੇ ਕਿ ਪ੍ਰਧਾਨ ਆਖਰੀ ਫੈਸਲਾ ਲੈਣਗੇ, ਇਸ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਦੇਖੋ, ਇਹ ਤਾਂ ਉਹਦੇ ਚ ਮੈਂ ਸਮਝਦਾ ਵੀ ਵਿਚਾਰ ਕੇ ਸਾਰੀ ਰਿਪੋਰਟ ਤੇ ਬੜੀ ਡੂੰਘੀ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਫੈਸਲੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਦਾ ਸਵਾਲ ਆ। ਸ਼੍ਰੋਮਣੀ ਅਕਾਲੀ ਦਲ ਦੀ ਮਤਲਬ ਜਿਹੜੀ ਕਿਤੇ ਖੜੋਤ ਆਈ ਆ, ਕਮੀ ਆਈ ਆ, ਜਾਂ ਇਹ ਕਹਿ ਲਓ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇਹ ਪੋਜੀਸ਼ਨ ਬਣੀ ਆ, ਇਹਨੂੰ ਮੁੜ ਕੇ ਕਿਵੇਂ ਰਿਵਾਈਵ ਕਰਨਾ, ਇਹ ਕਾਫੀ ਮਤਲਬ ਇੱਕ ਸ਼ਬਦ ਨਾਲ ਜਾਂ 2 ਘੰਟੇ ਨਾਲ ਇਹਦਾ ਕੋਈ ਹੱਲ ਨਹੀਂ ਹੈ। ਇਹ ਮਤਲਬ ਦੋ ਨਾਲ ਇਸੇ ਕਰਕੇ ਕਮੇਟੀ ਬਣੀ ਸੀ। ਨਹੀਂ, ਪ੍ਰਧਾਨ ਨੂੰ ਅਖਤਿਆਰ ਦੇਣਾ ਇਹ ਸਹੀ ਫੈਸਲਾ ਕਮੇਟੀ ਦਾ, ਜਾਂ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੋਰ ਕਮੇਟੀ ਚ ਜਾਂ ਸਮੀਖਿਆ ਕਮੇਟੀ ਚ ਹੋਣਾ ਸਹੀ ਫੈਸਲਾ? ਮੈਂ ਤਾਂ ਸਮਝਦਾ ਵੀ ਪਹਿਲਾਂ ਉਹਦੇ ਚ ਸਮੀਖਿਆ ਕਮੇਟੀ ਆ ਕੇ ਉਹਦੀ ਰਿਪੋਰਟ ਕੀ ਆਈ ਆ, ਉਹਦੇ ਵਿਚਾਰ ਚਰਚਾ ਕਰਕੇ ਹੀ ਕੋਈ ਅੱਗੇ ਕਰਨਾ ਚਾਹੀਦਾ, ਨਾ ਕਿ ਮਤਲਬ ਇਸ ਤਰ੍ਹਾਂ ਦੇ ਕਿਤੇ ਫੈਸਲੇ ਕੋਈ ਵਧੀਆ ਰਿਜ਼ਲਟ ਨਹੀਂ ਕੱਢ ਸਕਦੇ। ਦੂਸਰਾ ਇਹ ਵੀ ਹੈ ਕਿ ਕੀ ਇਹ ਕਮੇਟੀ ਦੀਆਂ ਸਿਫਾਰਸ਼ਾਂ ਇਹ ਵੀ ਕਹਿੰਦੀਆਂ ਨੇ ਕਿ ਅਗਰ ਅਕਾਲੀ ਦਲ ਨੂੰ ਉਭਾਰਨਾ ਹੈ ਤਾਂ ਪ੍ਰਧਾਨ ਬਦਲਿਆ ਜਾਵੇ? ਅਸਲ ਮੈਨੇ ਵਿੱਚ ਤਾਂ ਸਾਨੂੰ ਤਾਂ ਰਿਪੋਰਟ ਹੀ ਨਹੀਂ ਮਿਲੀ। ਰਿਪੋਰਟ ਹੀ ਸਾਡੇ ਕੋਲ ਤਾਂ ਰਿਪੋਰਟ ਹੀ ਨਹੀਂ ਦਿੱਤੀ। ਮੈਂ ਉਹੀ ਤਾਂ ਕਹਿ ਵੀ ਜਿਹੜੀ ਰਿਪੋਰਟ ਬਣਦੀ ਆ, ਉਹ ਰਿਪੋਰਟ ਦੇ ਪਿੱਛੇ ਕੀ ਭਾਵਨਾ, ਕੀ ਉਹਦੇ ਤੇ ਅਕਸਰ ਦੇ ਵਿਚਾਰ ਕੇ ਹੀ ਮਤਲਬ ਅੱਗੇ ਵਧਿਆ ਜਾ ਸਕਦਾ। ਜਦੋਂ ਉਹਦੀ ਪਾਰਟੀ ਦੇ ਭਵਿੱਖ ਦਾ ਸਵਾਲ ਆ, ਹਾਂਜੀ, ਤੇ ਉਹਦੇ ਲਈ ਤਾਂ ਕੁਝ
मतलब रिपोर्ट मत पढ़ी गई अजे तक। हालांकि मेरा बेटा ਉਹਦਾ ਮੈਂਬਰ ਆ, मैं ਉਹਨੂੰ ਪੁੱਛਿਆ ਵੀ क्योंकि ਉਹਨਾਂ ਦਾ फैसला ਸੀ, ਕੋਈ ਦੱਸਣੇ ਨਹੀਂ ਕਿਸੇ ਨੂੰ। ਅੱਛਾ, ਤੁਹਾਨੂੰ ਕੀ ਲੱਗਦਾ, ਤੁਹਾਡਾ ਇੱਕ ਆਪਣਾ ਤਜਰਬਾ ਹੈ ਕਿ ਅਕਾਲੀ ਦਲ ਨੂੰ ਕਿਵੇਂ ਇਸ ਔਖੀ ਘੜੀ ਦੇ ਵਿੱਚੋਂ ਉਭਾਰਿਆ ਜਾ ਸਕਦਾ, ਕੀ ਬਦਲਾਵ ਕਰਨੇ ਚਾਹੀਦੇ, ਤੁਹਾਡਾ ਕੀ ਮੰਨਣਾ ਹੈ? ਦੇਖੋ ਜਿਹੜੀ ਰਿਪੋਰਟ ਮੈਂ ਸਮਝਦਾ ਕਿ ਹੇਠਾਂ ਤੇ ਜਿਹੜੀ ਲੋਕਾਂ ਨੇ ਭਾਵਨਾ ਆਪਣੀ ਪ੍ਰਗਟ ਕੀਤੀ ਆ, ਉਹਦੇ ਮੁਤਾਬਕ ਅੱਗੇ ਕਿਵੇਂ ਪਾਰਟੀ ਚਲਾਉਣੀ ਆ, ਉਹਦੇ ਮੁਤਾਬਕ ਬੈਠ ਕੇ ਹੀ ਡਿਟੇਲ ਦੇ ਵਿੱਚ ਮਤਲਬ ਡਿਸਕਸ਼ਨ ਦੇ ਕੀ ਬਦਲਾਵ ਕੀ ਕਰਨੇ ਚਾਹੀਦੇ, ਤੁਹਾਨੂੰ ਕੀ ਲੱਗਦਾ? ਹਾਂਜੀ, ਬਦਲਾਵ ਕੀ ਕਰਨੇ ਚਾਹੀਦੇ, ਤੁਹਾਨੂੰ ਕੀ ਲੱਗਦਾ, ਕਿਹੜੇ ਬਦਲਾਵ ਕਰਨੇ ਚਾਹੀਦੇ? ਬਦਲਾਅ ਤਾਂ ਦੇਖੋ ਪੰਕਜ ਜੀ ਜਿਹੜੇ ਹੈ ਬਹੁਤ ਹੋ ਸਕਦੇ ਆ, ਔਰ ਪਾਰਟੀ ਨੂੰ ਐਸੀ ਗੱਲ ਨਹੀਂ ਹੈ ਮੁੜ ਕੇ ਲਾਈਨ ਤੇ ਖੜਾ ਕੀਤਾ ਜਾ ਸਕਦਾ, ਕਿਉਂਕਿ ਇੱਕ ਗੱਲ ਸਾਡੇ ਹੱਕ 'ਚ ਜਾਂਦੀ ਆ ਕਿ ਲੋਕ ਜਿਹੜੇ ਨੇ ਉਹ ਜ਼ਰੂਰ ਚਾਹੁੰਦੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਬਚਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ, ਅਗਰ ਮੈਂ ਸਿੱਧੇ ਸ਼ਬਦਾਂ 'ਚ ਪੁੱਛਾਂ, ਪ੍ਰਧਾਨ ਬਦਲਣ ਦੀ ਜ਼ਰੂਰਤ ਹੈ? ਹਾਂਜੀ, ਸਿੱਧੇ ਸ਼ਬਦਾਂ 'ਚ ਪੁੱਛਾਂ, ਪ੍ਰਧਾਨ ਬਦਲਣ ਦੀ ਜ਼ਰੂਰਤ ਹੈ ਜਾਂ ਨਹੀਂ? ਇਹਦਾ ਕਲੈਕਟਿਵ ਫੈਸਲਾ ਹੀ ਮੈਂ ਸਮਝਦਾ, ਜਿਹੜਾ ਇੰਡੀਵਿਜੂਅਲ ਫੈਸਲਾ ਜਦੋਂ ਪਾਰਟੀਆਂ 'ਚ ਹੁੰਦਾ, ਤੁਸੀਂ ਇੰਡੀਵਿਜੂਅਲ ਫੈਸਲਾ ਨਹੀਂ ਹੁੰਦਾ, ਕਲੈਕਟਿਵ ਫੈਸਲਾ ਹੁੰਦਾ। ਤੇ ਉੱਥੇ ਫਿਰ ਕਈ ਵਾਰੀ ਜੇ ਮੈਂ ਮਤਲਬ ਕੋਈ ਰਾਏ ਦੇਵਾਂ, ਉਹ ਸਾਰਿਆਂ ਨੂੰ ਨਾ ਪ੍ਰਵਾਨ ਹੋਵੇ, ਮਤਲਬ ਬਹੁਤ ਗਿਣਤੀ ਨੂੰ ਤਾਂ ਘੱਟੋ ਘੱਟ ਪ੍ਰਵਾਨ ਹੋਣ। ਤਾਂ ਗੱਲਬਾਤ ਕੀਤੀ ਗਈ ਹੈ ਪੰਕਜ ਕਪਾਹੀ ਮੇਰੇ ਸਹਿਯੋਗੀ ਦੇ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ, ਔਰ ਉਹਨਾਂ ਨੇ ਸਿੱਧੇ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਇਹ ਤੱਕ ਜ਼ਰੂਰ ਕਿਹਾ ਕਿ ਜੋ ਰਿਪੋਰਟ ਹੈ ਉਹ ਸਮੀਖਿਆ ਕਮੇਟੀ 'ਚ ਪਹਿਲਾਂ ਹੋਣੀ ਚਾਹੀਦੀ ਸੀ, ਜਦਕਿ ਕੋਰ ਕਮੇਟੀ 'ਚ ਹੀ ਲਿਆਂਦੀ ਗਈ ਹੈ। ਔਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੈਂ ਹੁਣ ਤੱਕ ਉਹ ਰਿਪੋਰਟ ਨਹੀਂ ਪੜ੍ਹੀ, ਹਾਲਾਂਕਿ ਉਹਨਾਂ ਦੇ ਬੇਟੇ ਉਸਦੇ ਮੈਂਬਰ ਨੇ, ਪਰ ਉਸਦੇ ਬਾਵਜੂਦ ਉਹਨਾਂ ਨੇ ਰਿਪੋਰਟ ਨਹੀਂ ਪੜ੍ਹੀ ਹੈ। ਤਾਂ ਕਿਤੇ ਨਾ ਕਿਤੇ ਨਾਰਾਜ਼ ਵੀ ਨਜ਼ਰ ਆ ਰਹੇ ਨੇ, ਦੱਬੇ ਸ਼ਬਦਾਂ ਦੇ ਵਿੱਚ ਆਪਣੀ ਗੱਲ ਵੀ ਰੱਖਦੇ ਹੋਏ ਨਜ਼ਰ ਆਏ, ਪਰ ਇਹਨਾਂ ਜ਼ਿਕਰ ਜ਼ਰੂਰ ਕੀਤਾ ਕਿ ਇਸ ਵੇਲੇ ਪਾਰਟੀ ਦੀ ਸਥਿਤੀ ਠੀਕ ਨਹੀਂ ਹੈ, ਤਾਂ ਉਸ ਨੂੰ ਜੇਕਰ ਅਸੀਂ ਮਜ਼ਬੂਤ ਕਰਨਾ ਹੈ, ਜੇਕਰ ਅਸੀਂ ਭਵਿੱਖ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਪਾਰਟੀ ਨੂੰ ਚੱਲਦੇ ਵੇਖਣਾ, ਤਾਂ ਸਾਨੂੰ ਕਿਤੇ ਨਾ ਕਿਤੇ ਫੈਸਲੇ ਲੈਣੇ ਪੈਣਗੇ। ਔਰ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਬਹੁਤ ਸਾਰੇ ਅਜਿਹੇ ਫੈਸਲੇ ਨੇ ਜਿਨ੍ਹਾਂ ਨੂੰ ਲੈਣ ਦੀ ਇਸ ਵੇਲੇ ਲੋੜ ਹੈ, ਔਰ ਬਦਲਾਅ ਕਰਨ ਦੀ ਲੋੜ ਹੈ। ਪਾਰਟੀ ਪੱਧਰ ਤੇ ਜਿਹੜੇ ਬਦਲਾਅ ਨੇ ਉਹ ਹੋਣੇ ਚਾਹੀਦੇ ਨੇ। ਤਾਂ ਕਿਤੇ ਨਾ ਕਿਤੇ ਕੱਲ ਉਹਨਾਂ ਨੇ ਆਪਣੇ ਨਾ ਆਉਣ ਦਾ ਕੋਰ ਕਮੇਟੀ ਦੇ ਵਿੱਚ ਕਾਰਨ ਜ਼ਰੂਰ ਦੱਸਿਆ ਕਿ ਉਹਨਾਂ ਨੂੰ ਕੰਮ ਸੀਗੇ ਨਿੱਜੀ ਤੌਰ ਤੇ, ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ, ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਕਿ ਜਿਹੜੀ ਰਿਪੋਰਟ ਹੈ ਉਸ ਦੇ ਆਧਾਰ ਤੇ ਲੱਗ ਰਿਹਾ ਸੀ ਉਹਨਾਂ ਦੀ ਗੱਲਾਂ ਤੋਂ, ਲੱਗ ਰਿਹਾ ਸੀ ਉਹਨਾਂ ਦੀ ਗੱਲਬਾਤ ਤੋਂ ਕਿ ਉਹਨਾਂ ਨੂੰ ਉਮੀਦਾਂ ਸਨ ਕਿ ਉਸ ਰਿਪੋਰਟ ਤੋਂ ਬਾਅਦ ਕਿਤੇ ਨਾ ਕਿਤੇ ਬਦਲਾਅ ਹੋਣਗੇ ਔਰ ਹੋਣੇ ਚਾਹੀਦੇ ਨੇ। ਇਕਬਾਲ ਸਿੰਘ ਚੁੰਦਾਰਾ ਦੀ ਕਮੇਟੀ ਦੇ ਵੱਲੋਂ ਜੋ ਰਿਪੋਰਟ ਰੱਖੀ ਗਈ ਸੀ ਉਸ ਨੂੰ ਲੈ ਕੇ ਸਾਰਾ ਮਸਲਾ ਉੱਠਿਆ ਹੈ, ਔਰ ਉਹਨਾਂ ਦੇ ਵੱਲੋਂ ਜੋ ਰਿਪੋਰਟ ਹੈ, ਕਿਉਂਕਿ ਲੰਮਾ ਸਮਾਂ ਉਹਨਾਂ ਨੇ ਲਗਾਇਆ, ਗਰਾਊਂਡ ਤੇ ਜਾ ਕੇ ਗੱਲਬਾਤ ਕੀਤੀ ਹੈ, ਤੇ ਆਖਿਰਕਾਰ ਉਹ ਕੀ ਕਹਿੰਦੇ ਨਜ਼ਰ ਆਏ ਨੇ। ਗੱਲਬਾਤ ਕੀਤੀ ਹੈ ਨਿਊਜ਼ 18 ਨੇ ਇਕਬਾਲ ਸਿੰਘ ਚੁੰਦਾਰਾ ਦੇ ਨਾਲ, ਸੁਣਦੇ ਹਾਂ। ਸਾਹਿਬ, ਪਹਿਲਾਂ ਤਾਂ ਕਮੇਟੀ ਨੇ ਕੀ ਫਾਈਂਡਿੰਗ ਸੀਗੀਆਂ, ਫੀਡਬੈਕ ਕੀ ਸੀਗੀ ਹਲਕਿਆਂ ਦੀ? ਤੁਸੀਂ ਕਿਹਾ 100 ਹਲਕਿਆਂ 'ਚ ਜਾ ਕੇ ਤੁਸੀਂ ਫੀਡਬੈਕ ਲਈ ਹੈ, ਕੀ ਉਹ ਫੀਡਬੈਕ ਸੀਗੀ ਔਰ ਕਿਵੇਂ ਉਹ ਚਰਚਾ ਉਸ ਤੇ ਕੀਤੀ ਗਈ ਹੈ, ਕੀ ਮੰਥਨ ਹੋਇਆ? ਦੇਖੋ ਜੀ, ਪਾਰਟੀ ਪ੍ਰਧਾਨ ਸਾਹਿਬ ਨੇ ਔਰ ਕੋਰ ਕਮੇਟੀ ਨੇ ਸਾਨੂੰ ਸੇਵਾ ਦਿੱਤੀ ਸੀ ਕਿ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਝੱਲਣਾ ਪਿਆ, ਉਹਦੇ ਸੰਬੰਧ ਵਿੱਚ ਕੀ ਵਰਕਰ ਮਹਿਸੂਸ ਕਰਦੇ ਨੇ, ਕਿੱਥੇ ਪਾਰਟੀ ਤੋਂ ਕਮੀਆਂ ਰਹੀਆਂ ਜਾਂ ਕਿਤੋਂ ਸਾਤੋਂ ਕੰਮ ਕਰਨ ਵਿੱਚ ਘਾਟ ਵੱਧ ਰਹੀ ਹੈ, ਕਿਉਂ ਅਸੀਂ ਇਸ ਹਾਲਾਤ 'ਚ ਆਏ, ਉਹਦੇ ਬਾਰੇ ਕਮੇਟੀ ਦਾ ਗਠਨ ਕੀਤਾ ਸੀ। ਔਰ ਅਸੀਂ ਤਕਰੀਬਨ 100 ਹਲਕਿਆਂ ਵਿੱਚ ਜਾ ਕੇ ਸਾਰੀ ਕਮੇਟੀ ਨੇ, 13 ਮੈਂਬਰੀ ਇਹ ਕਮੇਟੀ ਸੀ, ਮੈਂ ਸਾਰੇ ਕਮੇਟੀ ਮੈਂਬਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਸਾਰਿਆਂ ਨੇ ਸਾਡੇ ਨਾਲ ਜਾ ਕੇ ਯੂਨੈਨਿਮਸ ਤਰੀਕੇ ਨਾਲ ਅਸੀਂ ਉਹ ਰਿਪੋਰਟ ਹੈ ਜਿਹੜੀ ਉਹ ਤਿਆਰ ਕੀਤੀ ਹੈ। ਔਰ ਵਰਕਰ, ਇਹ ਸਾਡੀ ਰਿਪੋਰਟ ਨਹੀਂ ਹੈ, ਇਹ ਵਰਕਰਾਂ ਦੀਆਂ ਭਾਵਨਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਅਸੀਂ ਇਸ ਰਿਪੋਰਟ ਵਿੱਚ ਵਰਣਨ ਕੀਤੇ। ਅਸੀਂ ਤਾਂ ਇੱਕ ਜ਼ਰੀਆ ਬਣੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ। ਸੋ ਉਹਦੇ ਲਈ ਮੈਂ ਸਾਰੇ ਵਰਕਰਾਂ ਦੀਆਂ ਭਾਵਨਾਵਾਂ ਅਸੀਂ ਇਨ-ਬਿਨ ਉਸ ਰਿਪੋਰਟ ਵਿੱਚ ਨੇ ਜਿਹੜੀਆਂ ਦਰਜ ਕੀਤੀਆਂ ਨੇ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਖਿਆਲ ਹੈ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਪਾਰਟੀ ਹੋਊਗੀ ਜਿਹੜੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਇਨ-ਬਿਨ ਲਾਗੂ ਵੀ ਕਰੂਗੀ ਔਰ ਬੜੇ ਖੁੱਲ੍ਹੇ ਮਨ ਨਾਲ ਵਰਕਰਾਂ ਦੀਆਂ ਭਾਵਨਾਵਾਂ 'ਤੇ ਵਿਚਾਰ ਕੀਤਾ ਔਰ ਉਹਨੂੰ ਐਕਸੈਪਟ ਕੀਤਾ। ਸੋ ਮੈਂ ਸਮਝਦਾ ਇਹੋ ਜਿਹਾ ਲੋਕਤੰਤਰਕ ਸਿਸਟਮ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਹੋਰ ਪਾਰਟੀ 'ਚ ਹੋਊਗਾ। ਮੈਂ ਇਸ ਗੱਲ ਦੀ ਪਾਰਟੀ ਪ੍ਰਧਾਨ ਸਾਹਿਬ ਲਈ ਦਾ ਵੀ ਔਰ ਕੋਰ ਕਮੇਟੀ ਦਾ ਵੀ ਧੰਨਵਾਦ ਕਰਦਾ। 42 ਸੁਝਾਅ ਨੇ ਕਹਿੰਦੇ ਜੋ ਦਿੱਤੇ ਗਏ ਨੇ, ਕਿਹੜੇ ਮੁੱਦਿਆਂ ਤੇ ਸੁਝਾਅ ਦਿੱਤਾ ਗਿਆ ਹੈ ਪਾਰਟੀ ਨੂੰ? ਜਿੰਨੇ ਵੀ ਪੱਖ ਸੀਗੇ ਜਿਨ੍ਹਾਂ ਕਰਕੇ ਅਸੀਂ ਸਾਡੇ ਵਿੱਚ ਕੋਈ
ਘਾਟ ਵਧ ਰਹੀ ਆ, ਰਿਜ਼ਲਟ ਵਿੱਚ ਕਮੀ ਆਈ ਆ, ਉਹ ਹਰ ਪੱਖ ਸੀ, ਚਾਹੇ ਉਹ ਧਾਰਮਿਕ ਸੀ, ਚਾਹੇ ਉਹ ਸਮਾਜਿਕ ਸੀ, ਜਾਂ ਸਾਡੇ ਰਾਜਨੀਤਿਕ ਕਾਰਨ ਸੀ, ਜਾਂ ਕੋਈ ਕਿਸੇ ਹਲਕਾ ਇੰਚਾਰਜਾਂ ਤੋਂ ਕਮੀਆਂ ਰਹੀਆਂ, ਕਿਤੇ ਸਾਡੀ ਲੀਡਰਸ਼ਿਪ ਤੋਂ ਕਮੀਆਂ ਰਹੀਆਂ, ਜਾਂ ਕੋਈ ਸਾਡੇ ਚੰਗੇ ਕੰਮਾਂ ਨੂੰ ਅਸੀਂ ਉਜਾਗਰ ਨਹੀਂ ਕਰ ਸਕੇ, ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕੇ, ਜਾਂ ਸਾਡਾ ਆਈਟੀ ਵਿੰਗ ਕਿਤੇ ਉਹ ਜੋ ਵੀ ਗੱਲਾਂ ਸਾਰੀਆਂ ਵਰਕਰਾਂ ਨੇ ਸਾਨੂੰ ਦੱਸੀਆਂ, ਉਹ ਸਾਰੀਆਂ ਅਸੀਂ ਰਿਪੋਰਟ 'ਚ ਦਰਜ ਕੀਤੀਆਂ। ਖੇਤੀ ਕਾਨੂੰਨਾਂ ਦਾ ਵੀ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਉਹਨਾਂ ਦੇ ਪਾਰਟੀ ਦੀ ਲੀਡਰਸ਼ਿਪ ਦੀ ਜੋ ਕਮੀ ਰਹੀ ਆ ਉਹ ਵੀ ਰਿਪੋਰਟ 'ਚ ਮੈਂਸ਼ਨ ਨਹੀਂ, ਕਮੀ ਨਹੀਂ ਕੋਈ ਰਹੀ, ਕਮੀ ਇਹੀ ਇੱਥੇ ਹੀ ਤਾਂ ਫਰਕ ਹੈ ਗੱਲ ਦਾ। ਕਮੀ ਨਹੀਂ ਕੋਈ ਰਹੀ, ਕੁਰਬਾਨੀ ਵੀ ਅਸੀਂ ਸਭ ਨੂੰ ਵੱਡੀ ਦਿੱਤੀ। ਅਸੀਂ ਕੇਂਦਰ ਦੀ ਵਜ਼ਾਰਤ ਵੀ ਛੱਡਤੀ, ਅਸੀਂ ਆਪਦਾ 30-35 ਸਾਲ ਦਾ ਪੁਰਾਣਾ ਗੱਠਜੋੜ ਵੀ ਤੋੜਤਾ ਬੀਜੇਪੀ ਨਾਲ, ਸਰਕਾਰ 'ਚ ਰਹਿੰਦਿਆਂ ਹੋਇਆ ਕੇਂਦਰ 'ਚ, ਪਰ ਉਹ ਸਹੀ ਢੰਗ ਨਾਲ ਅਸੀਂ ਆਪਦੀ ਗੱਲ ਨੂੰ ਨਹੀਂ ਪੇਸ਼ ਕਰ ਸਕੇ। ਅਸੀਂ ਲੋਕਾਂ ਨੂੰ ਇਹ ਲੱਗਿਆ ਵੀ ਆਰਡੀਨੈਂਸ ਵੇਲੇ ਸਾਨੂੰ ਅਸਤੀਫਾ ਦੇਣਾ ਚਾਹੀਦਾ ਸੀ, ਪਰ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਦੀ ਲੀਡਰਸ਼ਿਪ ਇਹ ਭਰੋਸਾ ਦਿੰਦੀ ਰਹੀ ਕਿ ਜਦੋਂ ਕਾਨੂੰਨ ਦੇ ਰੂਪ ਵਿੱਚ ਇਹ ਬਿੱਲ ਆਉਣਗੇ ਤਾਂ ਤੁਹਾਡੇ ਤੋਂ ਬਿਨਾਂ ਪੁੱਛੇ ਫੈਸਲੇ, ਕਿਸਾਨ ਯੂਨੀਅਨ ਜਥੇਬੰਦੀਆਂ ਤੋਂ ਬਿਨਾਂ ਫੈਸਲੇ ਕਾਨੂੰਨ ਨਹੀਂ ਬਣੇਗਾ। ਪਰ ਜਦੋਂ ਉਹਨਾਂ ਨੇ ਉਹ ਚੀਜ਼ ਤੇ ਨਹੀਂ ਅਮਲ ਕੀਤਾ, ਉਸੇ ਰੂਪ ਵਿੱਚ ਪੇਸ਼ ਕਰਤੇ, ਤਾਂ ਅਸੀਂ ਬਾਹਰ ਹੋ ਗਏ। ਅਸੀਂ ਸਹੀ ਟਾਈਮ ਤੇ ਉਹ ਫੈਸਲਾ ਕਰਿਆ, ਪਰ ਸੰਗਤ ਇਹ ਮਹਿਸੂਸ ਕਰਦੀ ਹੈ ਕਿ ਅਸੀਂ ਲੇਟ ਹੋ ਗਏ। ਚਲੋ ਸੰਗਤ ਦਾ ਫੈਸਲੇ ਨੂੰ ਅਸੀਂ ਪ੍ਰਵਾਨ ਕਰਦੇ ਹਾਂ, ਜੇ ਸਾਤੋਂ ਕਮੀ ਰਹੀ ਹੈ ਅਸੀਂ ਉਹਨੂੰ ਮੰਨਦੇ ਵੀ।